जी हमारे साथ मौजूद है वो बीवी जिसने अपने दोस्त के साथ मिलकर, और दोस्त भी वो जो उसके अपने बेटे की उम्र का था, उसके साथ मिलकर अपने शोहर को, जिसके साथ ज़िंदगी के 22 साल गुजारे हैं, उसको ख़त्म कर दिया। बात करते हैं इस औरत से कि क्या वजह थी और किन वजूहात की बिना पर इतना बड़ा कदम उठाया। ਤੁਹਾਡੀ शादी ਨੂੰ 20 साल हो गए जी? जी। अच्छा, कितने बच्चे ने ਤੁਹਾਡੇ? 4 जी? 4 ਬੱਚੇ ਨੇ। ਅੱਛਾ, ਇਹ ਦੱਸੋ ਤੁਸੀਂ ਕਿ ਕਦੋਂ ਤੋਂ ਲੜਾਈ ਝਗੜਾ ਚੱਲ ਰਿਹਾ ਸੀ ਮੀਆਂ ਬੀਵੀ ਦਾ? ਸ਼ੁਰੂ ਤੋਂ ਚੱਲ ਰਿਹਾ ਸੀ 1 ਸਾਲ ਤੋਂ ਬਾਅਦ। ਜੀ? 1 ਸਾਲ ਤੋਂ ਬਾਅਦ ਸਟਾਰਟ ਸੀ ਲੜਾਈ ਝਗੜਾ। ਅੱਛਾ, ਕਿਸ ਗੱਲ ਤੋਂ ਝਗੜਾ ਹੁੰਦਾ ਸੀ ਜ਼ਿਆਦਾ? ਮਾਂ ਪਿਓ ਦੇ ਆਣ ਜਾਣ, ਮਾਂ ਪਿਓ ਦੇ ਆਣੇ ਜਾਣੇ ਤੋਂ, ਭੈਣ ਭਰਾਵਾਂ ਨੂੰ ਮਿਲਣ ਤੋਂ। ਅੱਛਾ, ਤੇ ਸਾਨੂੰ ਪਤਾ ਲੱਗਾ ਤੁਸੀਂ ਵੀ ਉਹਦੇ ਨਾਲ ਝਗੜਾ ਕਰਦੇ ਹੋ, ਤੁਸੀਂ ਵੀ ਉਹਦੇ ਨਾਲ ਲੜਾਈ ਬਹੁਤ ਜ਼ਿਆਦਾ ਕਰਦੇ ਸੀ ਉਹਦੇ ਨਾਲ। ਸਾਡੀ ਦੋ ਤਰਫੀ ਲੜਾਈ ਹੁੰਦੀ ਜਦੋਂ ਸ਼ੁਰੂ ਹੋ ਜਾਂਦੀ। ਅੱਛਾ, ਦੋ ਤਰਫਾ ਲੜਾਈ ਹੁੰਦੀ। ਬੱਚੇ ਕਿੰਨੇ ਨੇ ਤੁਹਾਡੇ? 4। ਕੀ ਉਮਰਾਂ ਨੇ ਉਹਨਾਂ ਦੀਆਂ? 21 ਸਾਲ, 15 ਸਾਲ, 14 ਸਾਲ, 11 ਸਾਲ। ਅੱਛਾ, 21 ਸਾਲ। ਹੁਣ ਇਸ ਕੇਸ ਦਾ ਜਿਹੜਾ ਮੁਦਈ ਹੈ ਉਹ ਤੁਹਾਡਾ ਪੁੱਤਰ ਹੀ ਹੈ? ਹਾਂਜੀ। ਅੱਛਾ, ਤੇ ਇਹ ਨਵੀਦ ਨਾਮੀ ਲੜਕਾ ਵੇ, ਇਹਨੂੰ ਕਿੰਨੇ ਅਰਸੇ ਤੋਂ ਤੁਸੀਂ ਜਾਣਦੇ ਹੋ? ਇਹਨੂੰ 3 ਸਾਲ ਤੋਂ ਜਾਣਦੀ। ਕਿੱਥੇ ਮੁਲਾਕਾਤ ਹੋਈ ਸੀ? ਕਿਸ ਤਰ੍ਹਾਂ ਗੱਲਬਾਤ ਸ਼ੁਰੂਆਤ ਹੋਈ? ਇੱਥੇ ਮਨ ਨਾਲ ਹੀ ਮੁਲਾਕਾਤ ਹੋਈ ਸੀ, ਫੋਨ ਤੇ ਗੱਲਬਾਤ ਹੋਈ ਸੀ। ਜੀ? ਫੋਨ ਤੇ ਗੱਲ ਹੋਈ ਸੀ। ਫੋਨ ਤੇ ਗੱਲ ਹੋਈ ਸੀ? ਹਾਂਜੀ। ਕੀ ਨੰਬਰ ਤੁਸੀਂ ਤੇ ਦੱਸਿਆ ਇਹਨੂੰ ਜਾਂ ਕਿਸ ਤਰ੍ਹਾਂ ਗੱਲਬਾਤ? ਵੈਸੇ ਨੰਬਰ ਮਿਲ ਗਿਆ ਸੀ ਜੀ? ਵੈਸੇ ਨੰਬਰ ਮਿਲ ਗਿਆ ਸੀ, ਨੰਬਰ ਨਹੀਂ ਸੀ ਦਿੱਤਾ। ਵੈਸੇ ਕਿਸ ਤਰ੍ਹਾਂ ਮਿਲ ਗਿਆ ਨੰਬਰ? ਵੈਸੇ ਉਹਨੇ ਕਿਸੇ ਹੋਰ ਦਾ ਮਿਲਾਇਆ ਨਾ, ਤਾਂ ਹਿੰਸਾ ਸੀ ਲੱਗਾ ਆ, ਮਿਲ ਗਿਆ। ਅੱਛਾ, ਟੈਲੀਫੋਨ ਨੰਬਰ ਕਿੱਥੋਂ ਲਿਆ ਉਹਨੇ? ਖੁਦ ਹੀ ਮਿਲ ਗਿਆ ਸੀ। ਖੁਦ ਹੀ ਰੋਂਗ ਨੰਬਰ ਮਿਲ ਗਿਆ? ਹਾਂਜੀ। ਤੁਹਾਡੇ ਕੋਲ ਆਪਣਾ ਮੋਬਾਈਲ ਆਪਣਾ ਲੈਦਾ ਨੰਬਰ ਸੀ? ਹਾਂਜੀ। ਅੱਛਾ, ਤੇ ਫਿਰ ਉਸ ਤੋਂ ਬਾਅਦ ਤੁਹਾਡੀ ਫਿਰ ਇਹ ਦੋਸਤੀ, ਟੈਲੀਫੋਨ ਤੋਂ ਦੋਸਤੀ ਕਿਸ ਤਰ੍ਹਾਂ ਫਿਰ ਹੋ ਗਈ? ਬਸ ਇੰਝ ਗੱਲਬਾਤ ਕਰਦਿਆਂ ਜ਼ਿਆਦਾ ਹੋ ਗਈ। ਕਿੰਨਾ ਅਰਸਾ ਫਿਰ ਤੁਹਾਡੀ ਆਪਣਾ ਦੋਸਤੀ ਰਹੀ ਹੈ? 3 ਸਾਲ ਹੋ ਗਏ। 3 ਸਾਲ ਹੋ ਗਏ ਨੇ। ਅੱਛਾ, ਇਹ ਸਾਰੇ ਮਾਮਲਾਤ ਜਿਹੜੇ ਨੇ ਆਪਣਾ ਇਹ ਕਦੋਂ ਫਿਰ ਤੁਹਾਡਾ ਮਤਲਬ ਸਾਨੂੰ ਪਤਾ ਲੱਗਿਆ ਤੁਹਾਡੇ ਉਹਦੇ ਨਾਲ ਤਾਲੁਕਾਤ ਵੀ ਸਨ ਉਸ ਮੁੰਡੇ ਦੇ ਨਾਲ? ਗਲਤ ਤਾਲੁਕਾਤ ਸਨ? ਸਾਡੀ ਜੋ ਮਰਜ਼ੀ ਹੁੰਦੀ ਆਖੀ ਜਾਵੇ, ਬਸ ਠੀਕ ਹੈ। ਫਿਰ ਜਦੋਂ ਆਉਂਦਾ ਜਾਂਦਾ ਸੀ ਫਿਰ ਤਾਲੁਕਾਤ ਤੇ ਹੈ ਹੀ ਸੀ। ਨਹੀਂ, ਤੁਸੀਂ ਦੱਸੋ, ਅਸੀਂ ਤੁਹਾਡੇ ਕੋਲ ਪੁੱਛਣੇ ਪਏ ਹਾਂ, ਜੋ ਸੱਚੀ ਗੱਲ ਹੈ ਉਹ ਦੱਸੋ, ਵਾਕਈ ਤੁਹਾਡੇ ਨਾਲ ਗਲਤ ਤਾਲੁਕਾਤ ਸਨ? ਹਾਂਜੀ, ਹੈ ਸੀ। ਜੀ? ਹੈ ਸੀ। ਗਲਤ ਤਾਲੁਕਾਤ ਸਨ ਤੁਹਾਡੇ? ਉਹਦੀ ਉਮਰ ਕਿੰਨੀ ਹੈ ਮੁੰਡੇ ਦੀ? ਇਹ ਮੈਨੂੰ ਤਾਂ ਪੱਕਾ ਨਹੀਂ ਪਤਾ, 21-22 ਸਾਲ ਦੀ। 21-22 ਸਾਲ। ਤੁਹਾਡੇ ਆਪਣੇ ਬੇਟੀ ਦੀ ਕਿੰਨੀ ਉਮਰ ਹੈ? ਉਹਦੀ ਵੀ 21 ਸਾਲ। 21 ਸਾਲ। ਤੇ ਤੁਹਾਨੂੰ ਇਸ ਚੀਜ਼ ਦਾ ਖਿਆਲ ਨਹੀਂ ਆਇਆ ਕਿ ਤੁਸੀਂ 4 ਬੱਚਿਆਂ ਦੀ ਵਾਲਦਾ ਹੋ, ਤੁਹਾਡੇ ਸ਼ੋਹਰ ਦੇ ਨਾਲ ਤੁਹਾਡੀ ਸ਼ਾਦੀ ਨੂੰ 20-22 ਸਾਲ ਹੋ ਗਏ ਨੇ, 21 ਸਾਲ ਦਾ ਤੁਹਾਡਾ ਆਪਣਾ ਬੇਟਾ ਵੀ ਹੈ, ਔਰ ਉਹਦੀ ਉਮਰ ਦੇ ਬੱਚੇ ਨਾਲ ਹੀ, ਉਹਦੇ ਉਮਰ ਦੇ ਮੁੰਡੇ ਨਾਲ ਤੁਸੀਂ ਆਪਣੇ ਗਲਤ ਤਾਲੁਕਾਤ ਬਣਾ ਲਏ? ਬਸ ਆਦਮੀ ਮੈਨੂੰ ਨਹੀਂ ਉੱਚਾ ਤਰ੍ਹਾਂ ਉੱਚਾ ਬੋਲੋ। ਪਤਾ ਨਹੀਂ, ਬਸ ਬਣ ਗਿਆ ਨਾ, ਨਹੀਂ ਪਤਾ ਲੱਗਿਆ। ਪਤਾ ਨਹੀਂ ਲੱਗਿਆ? ਹਾਂਜੀ, ਨਹੀਂ ਲੱਗਿਆ। ਨਹੀਂ ਅਸੀਂ ਤਾਂ, ਉਹ ਵੀ ਮੇਰੇ ਨਾਲ ਖੁਸ਼ ਸੀ, ਮੈਂ ਵੀ ਉਹਦੇ ਨਾਲ ਸਹੀ ਸੀ, ਬਸ ਬਣ ਗਿਆ ਫਿਰ। ਤੇ ਮੁਲਾਕਾਤ ਤੁਹਾਡੀ ਕਿੱਥੇ ਹੁੰਦੀ ਸੀ? ਮੁਲਾਕਾਤ ਬਾਹਰ ਹੀ ਜ਼ਿਆਦਾ ਹੁੰਦੀ ਸੀ, ਬਾਜ਼ਾਰ ਵਾਲੀ, ਤੇ ਘਰ ਘੱਟ ਹੀ ਹੁੰਦੀ ਸੀ। ਅੱਛਾ, ਤੇ ਤੁਹਾਡੇ ਇਹ ਸਾਰੇ ਮਾਮਲੇ ਦਾ ਸ਼ੋਹਰ ਨੂੰ ਨਹੀਂ ਸੀ ਪਤਾ? ਨਹੀਂ। ਅੱਛਾ, ਤੇ 22 ਸਾਲ ਤੋਂ ਤੁਹਾਡੀ ਸ਼ਾਦੀ ਸੀ, 4 ਸਾਲ, ਉਸ 3 ਸਾਲ ਤੁਸੀਂ ਦੱਸ ਰਹੇ ਹੋ ਉਸ ਨਵੀਦ ਨਾਮੀ ਮੁੰਡੇ ਨਾਲ ਤੁਹਾਡੇ ਮਾਮਲਾਤ ਚੱਲੇ ਨੇ, ਤੇ ਤੁਸੀਂ ਇਸ ਹੱਦ ਤੱਕ ਪਹੁੰਚ ਕੇ ਤੁਸੀਂ ਆਪਣੇ ਸ਼ੋਹਰ ਨੂੰ ਖਤਮ ਕਰ ਦਿੱਤਾ? ਇਹ ਮਨਵੀਰ ਦੀ ਵਜ੍ਹਾ ਸਾਹਿਬ ਵੀ ਨਹੀਂ ਮਾਰਿਆ। ਜੀ? ਮੈਂ ਕਿਹਾ ਮਨਵੀਰ ਦੀ ਵਜ੍ਹਾ ਤੋਂ ਨਹੀਂ ਮਾਰਿਆ। ਅੱਛਾ। ਇਹ ਸਿਰਫ ਜਿਹੜਾ ਸਾਨੂੰ ਤੰਗ ਮਾਰਦਾ ਸੀ, ਤਾਂ ਮੈਨੂੰ ਮਾਰਦਾ ਸੀ, ਮੇਰੇ ਬੱਚਿਆਂ ਨੇ ਮਾਰਦਾ ਫਿੱਟਦਾ ਸੀ, ਨਹੀਂ ਸੀ ਭੈਣਾਂ ਭਰਾਵਾਂ ਨੂੰ ਮਿਲਣ ਦਿੰਦਾ, ਨਹੀਂ ਸੀ ਆਣ ਜਾਣ ਦਿੰਦਾ, ਜਾਂ ਆਪ ਦਵਾਈਆਂ ਗੰਦੀਆਂ ਮੈਡੀਸਨ ਇਸਤੇਮਾਲ ਕਰਦਾ ਸੀ ਮੇਰੇ ਨਾਲ। ਬੱਚੀ ਜਵਾਨ ਸੀ, ਉਹਨੂੰ ਪਤਾ ਸੀ ਇਸ ਗੱਲ ਦਾ, ਬੱਚੇ ਨੂੰ ਵੀ ਪਤਾ ਸੀ, ਉਹਦੇ ਨਾਨਕਿਆਂ ਨੂੰ ਵੀ ਪਤਾ ਸੀ, ਸਾਰੀ ਗੱਲ ਮੈਂ ਦੱਸੀ ਸੀ। ਮੈਂ ਕਿਹਾ ਇਹ ਨਹੀਂ ਕਰਦਾ ਇਹਨੂੰ। ਨਹੀਂ, ਗਲਤ ਦਵਾਈਆਂ ਖਾਂਦਾ ਸੀ ਤੁਹਾਡਾ ਮੀਆਂ? ਤੁਹਾਡਾ ਮੀਆਂ? ਸ਼ੋਰ ਮੇਰਾ। ਹਾਂਜੀ। ਅੱਛਾ। ਸਾਰਿਆਂ ਨੂੰ ਦੱਸੀ ਇਹ ਗੱਲ ਕਿ ਤੁਸੀਂ ਇਹਦੇ ਨਾਲ ਗੱਲ ਕਰੋ, ਕੋਈ ਨਹੀਂ ਸੀ ਕਰਦਾ। ਅੱਛਾ। ਉਹ ਆਪਣੀ ਮਰਜ਼ੀ ਕਰਦਾ ਸੀ, ਉਹਨਾਂ ਸੀ, ਮੈਂ ਆਪਣੀ ਮਰਜ਼ੀ ਕਰਨੀ। ਠੀਕ, ਤੇ ਇਹ ਵਜ੍ਹਾ ਹੈ ਸਿਰਫ ਉਹਨੂੰ ਕਤਲ ਕਰਨ ਦੀ? ਹਾਂਜੀ, ਬਸ ਇਹੀ ਵਜ੍ਹਾ ਸੀ। ਨਹੀਂ ਤੇ ਫਿਰ ਉਸ ਦੇ ਬਾਵਜੂਦ, ਤੁਹਾਡੀ ਸ਼ਾਦੀ ਦੇ ਬਾਵਜੂਦ, ਕਿਸੇ ਦੇ ਨਿਕਾਹ ਦੇ ਬਾਵਜੂਦ, ਤੁਸੀਂ ਫਿਰ ਇੱਕ ਜਵਾਨ ਮੁੰਡੇ ਨਾਲ ਕਿਉਂ ਮਾਮਲਾਤ ਬਣਾ ਲਿਆ ਆਪਣੇ? ਉਹ ਸਾਡੀ ਰਹਿਦਾ ਸੀ, ਇਹ ਸਮਝ, ਇਹਦੇ ਵਿੱਚ ਸਾਰੇ ਕੰਮ ਦੇ ਵਿੱਚ ਉਹਦਾ ਕੋਈ ਨਹੀਂ ਕਸੂਰ ਹੈ। ਨਹੀਂ, ਉਹ ਦੇਖੋ ਨਾ, ਤੁਸੀਂ ਖੁਦ ਕਹਿ ਰਹੇ ਹੋ ਰੌਂਗ, ਸ਼ਾਦੀशुदा ਵੀ ਹੋ, ਤੁਹਾਡੇ ਬੱਚੇ ਵੀ ਨੇ, ਤੇ ਫਿਰ ਤੁਹਾਡੇ ਗਲਤ ਮਾਮਲਾਤ ਵੀ ਇੱਕ ਜਵਾਨ ਨਾਲ ਬਣ ਗਏ, ਤੁਸੀਂ ਰੈਗੂਲਰ 4 ਸਾਲ ਤੋਂ ਮੁਲਾਕਾਤ ਵੀ ਉਹਦੇ ਨਾਲ ਕਰਦੇ ਸੋ, ਸਾਰੇ ਮਾਮਲਾਤ ਸਨ, ਤੇ ਇਹ ਤੇ ਫਿਰ ਗਲਤ ਹੋ ਗਈ ਨਾ ਗੱਲ।
ਕਿਸੇ ਤਰੀਕੇ ਨਾਲ ਕਾਨੂੰਨਨ ਵੀ ਸ਼ਰਨ ਵੀ ਹੈ ਗਲਤ ਹੈ। ਜੀ ਤੇ ਤੁਹਾਨੂੰ ਇਹ ਅਹਿਸਾਸ ਨਹੀਂ ਸੀ ਕਿ ਤੁਸੀਂ ਗਲਤ ਕਰ ਰਹੇ ਹੋ, ਉਸ ਤੋਂ ਬਾਅਦ ਤੁਸੀਂ ਹੋਰ ਵੱਡਾ ਗੁਨਾਹ ਕਰਤਾ, ਆਪਣੇ ਖਾਮਨ ਨੂੰ ਮਾਰਤਾ? ਸਾਡੀ ਗਲਤੀ ਹੋ ਗਈ, ਜੀ ਗਲਤੀ ਹੋ ਗਈ ਨਾ ਮੇਰੀ। ਇਹ ਕਦੋਂ ਤੁਸੀਂ ਪੂਰਾ ਪਲਾਨ ਬਣਾ ਲਿਆ ਸੀ ਕਿ ਤੁਸੀਂ ਹੁਣ ਆਪਣੇ ਖਾਮਨ ਨੂੰ ਮਾਰ ਦੇਣਾ? ਜਦੋਂ ਸਾਹਿਬ ਜੀ ਉਹ ਮੇਰੇ ਨਾਲ ਜ਼ਿਆਦਾ ਮੈਨੂੰ ਜ਼ਿਆਦਤੀ ਕਰਦਾ ਸੀ ਜਾਂ ਮੇਰੇ ਨਾਲ ਜ਼ਿਆਦਾ ਤਸ਼ੱਦਦ ਕਰਦਾ ਸੀ, ਉਦੋਂ ਮੇਰਾ ਦਿਨ ਖਰਾਬ ਹੋ ਜਾਂਦਾ ਸੀ। ਅੱਛਾ, ਇਹ ਸਾਰੀਆਂ ਗੱਲਾਂ ਫਿਰ ਤੁਸੀਂ ਕਿਹਨੂੰ ਦੱਸਦੇ ਸੋ? ਮੈਂ ਕਿਸੇ ਨੂੰ ਨਹੀਂ ਸੀ ਦੱਸਦੀ, ਕੁਛ ਮੇਰੇ ਦਿਨ ਚ ਰਹਿੰਦੀਆਂ ਸੀ, ਕੁਛ ਮੈਂ ਨਵੀਦ ਨੂੰ ਦੱਸਦੀ ਸੀ, ਕੁਛ ਮੈਂ ਇਹਦੇ ਤੋਂ ਹੀ ਛੁਪਾਉਂਦੀ ਸੀ। ਨਵੀਦ ਨੂੰ? ਹਾਂਜੀ, ਸਾਰੀਆਂ ਨਹੀਂ ਸੀ ਦੱਸਦੀ। ਅੱਛਾ, ਤੇ ਤੁਹਾਡਾ ਫਿਰ ਕਿਸ ਤਰ੍ਹਾਂ ਨਵੀਦ ਦੇ ਨਾਲ ਪਲਾਨ ਬਣ ਗਿਆ ਕਿ ਉਹਨਾਂ ਨੂੰ ਰਸਤੇ ਤੋਂ ਉਠਾ ਦੇਣਾ ਤੁਸੀਂ ਆਪਣੇ ਸ਼ੋਰ ਨੂੰ? ਸਾਹਿਬ ਜੀ ਉਹਨੇ ਨਾ ਇੱਕ ਤੇ ਗਲਤ ਰਸਤਾ ਇਖਤਿਆਰ ਕਰਨਾ, ਮੇਰੇ ਸ਼ੋਰ ਨੇ ਮੇਰਾ ਦਵਾਈ ਮੈਡੀਸਨ ਖਾ ਲੈਂਦਾ ਸੀ, ਜੋ ਵੀ ਕਰਦਾ ਸੀ ਨਾ ਉਹ ਮਤਲਬ ਗਲਤ ਰਸਤੇ ਕਰਦਾ ਸੀ। ਤੁਸੀਂ ਸਮਝਦੇ ਹੀ ਹੋ। ਅੱਲਾ ਰਹਿਮ ਕਰੇ, ਅਸੀਂ ਇਹ ਕਹਾਂਗੇ ਕਿ ਉਹ ਤੇ ਹੁਣ ਦੁਨੀਆ 'ਚ ਨਹੀਂ ਰਿਹਾ, ਹਾਂਜੀ। ਉਹ ਤੁਸੀਂ ਆਪਣੀ ਸਫਾਈ ਦੇਣ ਵਾਸਤੇ ਤੁਸੀਂ ਉਹਦੇ 'ਤੇ ਜੋ ਮਰਜ਼ੀ ਇਲਜ਼ਾਮ ਲਾਓ। ਹਾਂਜੀ। ਵੇਖੋ ਗਲਤ ਮਾਮਲਾਤ ਤੇ ਤੁਸੀਂ ਚਲਾਏ ਸਨ ਨਾ, ਮੈਂ ਚਲਾਇਆ ਉਹਦੇ ਆਨਸਰ ਕਿਸੇ ਹੋਰ ਨਾਲ ਗਲਤ ਮਾਮਲਾਤ ਇਸ ਤਰ੍ਹਾਂ ਦੇ ਨਹੀਂ ਸੀ ਨਾ। ਹਾਂਜੀ, ਇਹ ਤਾਂ ਹੁਣ ਉਹਦੇ ਤੇ ਡਿਪੈਂਡ ਹੈ ਨਾ। ਨਹੀਂ ਤੇ ਉਹਦੇ ਤੇ ਜਦੋਂ ਚਲੋ ਸਾਡੇ ਨਾਲ ਉਹਦੇ ਲੜਦਾ ਉਹ ਤੇ ਦੁਨੀਆ 'ਚ ਨਹੀਂ ਹੈ। ਜਦੋਂ ਸਾਡੇ ਨਾਲ ਲੜਦਾ ਸੀ, ਝਗੜਦਾ ਸੀ, ਸਾਰਾ ਕੁਝ ਕਰਦਾ ਸੀ, ਅਸੀਂ ਉਹਨੂੰ ਚੰਗੇ ਨਹੀਂ ਸੀ ਲੱਗਦੇ, ਫਿਰ ਸਾਰੀ ਗੱਲ ਉਹ ਤਾਂ ਬਾਹਰ ਕਿਸੇ ਨਾਲ ਤੱਲਾ ਗਿਆ ਸੀ ਤੇ ਸਾਡੇ ਨਾਲ ਹੀ ਕਰਦਾ ਸੀ। ਉਹੀ ਤੇ ਗੱਲ ਕਰ ਰਿਹਾ। ਤੇ ਫਿਰ ਇਹਦਾ ਮਤਲਬ ਇਹ ਤੇ ਨਹੀਂ ਕਿ ਤੁਸੀਂ ਕਿਸੇ ਹੋਰ ਨਾਲ ਆਪਣੇ ਇਹ ਬੇਟੇ ਤੇ ਦੀ ਸਾਹਿਬ ਜੀ ਬਾਹਰ ਕਮਾ ਕੇ ਲਿਆਣਾ ਤੇ ਬਾਹਰ ਜਾ ਕੇ ਦੂਸਰੀਆਂ ਔਰਤਾਂ ਨੂੰ ਦੇਣਾ, ਆਪਣੇ ਕਾਜ ਆਪਣੇ ਬੱਚਿਆਂ ਤੁਸੀਂ ਵਾਸਤੇ ਕੋਈ ਸ਼ੈ ਨਹੀਂ। ਖੁਦਾ ਤੇ ਉਹਦਾ ਤੁਸੀਂ ਆਪਣੇ ਬੇਟੇ ਨਾਲ ਹੀ ਗਲਤ ਮਾਮਲਾ, ਬੇਟੇ ਦੀ ਉਮਰ ਦੇ ਜੋ ਮੁੰਡੇ ਨਾਲ ਹੀ ਗਲਤ ਸਾਰੇ ਮਾਮਲਾ ਚਲਾ ਲਏ, ਉਹ ਸਹੀ ਸੀ? ਲੇਕਿਨ ਸਰ ਜੀ ਮੈਂ ਨਹੀਂ ਚਲਾਇਆ ਹੈ, ਇਹ ਨਵੀਦ ਨੇ ਫੋਨ ਕੀਤਾ ਸੀ, ਉਹਦੀ ਵਜ੍ਹਾ ਤੋਂ ਚੱਲੇ ਨੇ, ਫਿਰ ਚਲਦੇ ਆਗਾ ਵੱਧ ਗਿਆ ਕੰਮ। ਨਹੀਂ 3-4 ਸਾਲ ਤੱਕ ਚੱਲਦਾ ਰਿਹਾ ਫਿਰ ਮਾਮਲਾ। ਤੁਹਾਡੇ ਬੇਟੇ ਨੂੰ ਪਤਾ ਸੀ ਬੇਟਾ ਮੁੰਡਾ ਘਰ ਆਉਂਦਾ? ਨਹੀਂ ਉਹਨੇ ਦੱਸਿਆ ਪੁਲਿਸ ਨੂੰ ਕਿ ਮੈਨੂੰ ਪਤਾ ਸੀ ਨਵੀਦ ਆਉਂਦਾ ਘਰ ਸਾਡੇ? ਨਹੀਂ, ਇਸ ਗੱਲ ਦਾ ਉਹਨੂੰ ਕੋਈ ਪਤਾ ਹੈ। ਅੱਛਾ, ਤੇ ਫਿਰ ਇਹ ਖਤਮ ਕਰਨ ਦਾ ਪਲਾਨ ਕਿਸ ਤਰ੍ਹਾਂ ਬਣਾਇਆ ਜੀ? ਖਤਮ ਕਰਨ ਦਾ ਪਲਾਨ ਜਦੋਂ ਮੇਰੇ ਨਾਲ ਜ਼ਿਆਦਾ ਜ਼ਿਆਦਤੀ ਕਰਦਾ ਸੀ, ਉਦੋਂ ਫਿਰ ਮੈਂ ਜ਼ਿਆਦਾ ਪਰੇਸ਼ਾਨ ਜਦੋਂ ਹੋਈ ਹਾਂ, ਬਹੁਤੀ ਆਵਾਜ਼ਾਰੀ ਬਣੀ ਹੈ, ਉਦੋਂ ਫਿਰ ਇਹ ਪਲਾਨ ਮੈਂ ਬਣਾਇਆ ਸੀ ਕਿ ਮੈਂ ਇਹਨੂੰ ਨਹੀਂ ਰੱਖਣਾ ਹੈ। ਤੁਸੀਂ ਸੋਚਿਆ ਸੀ ਇਹਨੂੰ ਨਹੀਂ ਰੱਖਣਾ, ਫਿਰ ਕਿਹਨੂੰ ਰੱਖਣਾ ਸੀ? ਨਵੀਦ ਨੂੰ ਰੱਖਣਾ ਸੀ ਨਹੀਂ, ਜਿਹੜਾ ਜਵਾਨ ਮੁੰਡਾ? ਕਿਸੇ ਨੂੰ ਨਹੀਂ ਸੀ ਰੱਖਣਾ। ਤੇ ਕਿਹਦੇ ਨਾਲ ਰਹਿਣਾ ਫਿਰ? ਮੈਂ ਆਪਣੇ ਬੱਚਿਆਂ ਨਾਲ ਰਹਿਣਾ ਚਾਹੁੰਦੀ ਸੀ। ਬੱਚਿਆਂ ਨਾਲ ਰਹਿਣਾ ਚਾਹੁੰਦੇ? ਤੇ ਫਿਰ ਬੱਚਿਆਂ ਨਾਲ ਤੁਸੀਂ ਇਹ ਪਹਿਲਾਂ ਹੀ ਸੋਚ ਲੈਂਦੇ? ਤੁਸੀਂ ਤੁਹਾਡਾ ਬੇਟਾ ਜਵਾਨ ਸੀ, ਕਮਾਉਂਦਾ, ਤੁਸੀਂ ਖਾਂਦੇ, ਸ਼ੋਰ ਤੋਂ ਲੈਦਾ ਹੋ ਜਾਂਦੇ? ਉਹਨੂੰ ਇਹ ਗੱਲ ਸਾਰੇ ਰਿਸ਼ਤੇਦਾਰਾਂ ਨੇ ਗੱਲ ਆਖੀ ਕਿ ਮੈਂ ਤੋਂ ਜਵਾਨ ਹੋ ਗਿਆ, ਤੇ ਅੰਮੀ ਦਾ ਸਾਥ ਦਿਆ ਕਰ, ਤੇਰਾ ਅੱਬੂ ਨੂੰ ਮਾਰਦਾ ਹੈ, ਉਹਦੇ ਨਾਲ ਲੜਦਾ ਹੈ, ਤੂੰ ਉਹਨੂੰ ਸਮਝਾਇਆ ਕਰਕੇ ਹੁਣ ਅਸੀਂ ਜਵਾਨ ਹੋ ਗਿਆ, ਅੰਮੀ ਨਾਲੇ ਨਾ ਕਰਿਆ ਕਰ। ਲੇਕਿਨ ਉਹ ਆਂਦਾ ਸੀ ਮੇਰੀ ਹਿੰਮਤ ਨਹੀਂ ਹੁੰਦੀ, ਮੈਂ ਨਹੀਂ ਇਹ ਕੰਮ ਕਰਨਾ, ਮੈਂ ਨਹੀਂ ਪੂਰੇ ਕਰ ਤੁਸੀਂ ਜੋ ਕਰ ਰਹੇ ਸੋ ਠੀਕ ਕਰ ਰਹੇ ਸੋ? ਮੇਰੀ ਮਜਬੂਰੀ ਸੀ। ਨਹੀਂ, ਕਿਸੇ ਜਵਾਨ ਮੁੰਡੇ ਨਾਲ ਗਲਤ ਤਾਲੁਕਾਤ ਬਣਾਉਣਾ ਮਜਬੂਰੀ ਸੀ ਤੁਹਾਡੀ? ਹਾਂਜੀ, ਮੇਰੀ ਮਜਬੂਰੀ ਸੀ, ਕਿਸ ਕਿਉਂਕਿ ਗੱਲ ਦੀ? ਮੇਰਾ ਬੇਟਾ ਵੀ ਮੇਰੀ ਗੱਲ ਨਹੀਂ ਸੀ ਮੰਨਦਾ, ਮੇਰਾ ਸ਼ੋਹਰ ਵੀ ਮੇਰੀ ਗੱਲ ਨਹੀਂ ਸੀ ਮੰਨਦਾ। ਮਜਬੂਰੀ ਕੀ ਸੀ ਫਿਰ? ਮਜਬੂਰੀ ਫਿਰ ਅਸੀਂ ਵੀ ਤੇ ਕਿਧਰੋਂ ਖਾਣਾ ਸੀ ਨਾ, ਮੈਂ ਆਪਣੇ ਬੱਚਿਆਂ ਛੋਟਿਆਂ ਨੂੰ ਤੇ ਤੁਸੀਂ ਖਿਲਾਉਣਾ ਪੈਸੇ ਵਾਸਤੇ ਇਹ ਕੰਮ ਕਰਦੇ ਸੋ? ਸਾਰੀ ਗੱਲ ਜਦੋਂ ਹਰ ਚੀਜ਼ ਲਿਆ ਕੇ ਦਿੰਦਾ ਸੀ ਤੇ ਫਿਰ ਉਹਨੇ ਆਪਣਾ ਵੀ ਕੰਮ ਕਰਨਾ ਸੀ, ਇੰਜ ਤੇ ਨਹੀਂ ਨਾ ਕੋਈ ਦਿੰਦਾ। ਤੇ ਤੁਸੀਂ ਖੁਦ ਕਹਿ ਰਹੇ ਹੋ, ਤੁਹਾਡੇ ਅਲਫਾਜ਼ ਮੈਂ ਦੁਹਰਾਵਾਂਗਾ, ਤੁਸੀਂ ਹੁਣ ਕਿਹਾ ਵੇ ਕਿ ਤੁਸੀਂ ਨਵੀਦ ਨਾਲ ਨਹੀਂ ਸੀ ਰਹਿਣਾ, ਆਪਣੇ ਸ਼ੋਰ ਨੂੰ ਖਤਮ ਕਰਕੇ ਤੁਸੀਂ ਆਪਣੇ ਬੱਚਿਆਂ ਨਾਲ ਰਹਿਣਾ ਸੀ, ਤੇ ਫਿਰ ਤੁਸੀਂ ਗੁਜ਼ਾਰਾ ਕਿਸ ਤਰ੍ਹਾਂ ਕਰਨਾ ਸੀ? ਫਿਰ ਮੈਂ ਕਮਾਉਂਦਾ ਨਾ, ਜੇ ਮੈਂ ਖੁਦ ਫੈਕਟਰੀ 'ਚ ਲੱਗ ਜਾਂਦੀ। ਮੈਂ ਤੁਹਾਡਾ ਆਪਣੇ ਬੇਟਾ ਬੇਟੇ ਨੂੰ- ਕਮਾਉਂਦਾ? ਤੁਹਾਡਾ ਮੇਰਾ ਬੇਟਾ, ਮੇਰੀ ਗੱਲ ਸੁਣੋ ਨਾ, ਮੇਰੀ ਗੱਲ ਸੁਣੋ, ਤੁਹਾਡਾ ਬੇਟਾ ਕਮਾਉਂਦਾ, ਹਾਂਜੀ। ਇਹੀ ਕਹਿ ਰਹੇ ਹੋ ਨਾ? ਹਾਂਜੀ। ਤੇ ਫਿਰ ਇਹਦਾ ਮਤਲਬ ਹੈ ਕਿ ਤੁਸੀਂ ਫਿਰ ਗਲਤ ਤਲਕਾਤ ਨਾ ਬਣਾਉਂਦੇ ਉਹਦੇ ਨਾਲ? ਮੈਂ ਆਪ ਵੀ ਫੈਕਟਰੀ 'ਚ ਲੱਗਣਾ ਚਾਹੁੰਦੀ ਸੀ ਕਿ ਮੈਂ ਬਾਹਰੋਂ ਆਪ ਕਮਾ ਲਿਆ, ਮੈਂ ਆਪਣੇ ਮੇਰੀ ਖਵਾਇਸ਼ ਸੀ ਕਿ ਮੇਰੇ ਛੋਟੇ ਬੱਚੇ ਨਹੀਂ, ਤੇ ਜਿਹੜੇ ਤੁਸੀਂ ਪੜ੍ਹ ਜਾਣ। ਆਪਣੇ ਖਾਵਨ ਨੂੰ ਖਤਮ ਕਰਨ ਤੋਂ ਬਾਅਦ ਹੀ ਕਿਉਂ ਸੋਚਿਆ? ਤੁਸੀਂ ਪਹਿਲਾਂ ਕਿਉਂ ਨਹੀਂ ਸੋਚਿਆ ਕਿ ਜੀ ਮੈਂ ਪਹਿਲਾਂ ਹੀ ਨਾ ਮੈਂ ਗਲਤ ਕਿਸੇ ਨਾਲ ਤਲਕਾਤ ਬਣਾਵਾਂ? ਤੁਸੀਂ ਖੁਦ ਕਿਹਾ ਪੈਸੇ ਵਾਸਤੇ ਜਾਂ ਘਰ ਦਾ ਖਰਚਾ ਚਲਾਉਣ ਵਾਸਤੇ ਬਕੌਲ ਤੁਹਾਡੇ ਤੁਸੀਂ ਮਾਮਲਾਤ ਗਲਤ ਚਲਾਏ, ਐਸੇ ਤਰ੍ਹਾਂ ਹੀ। ਤੇ ਫਿਰ ਤੁਸੀਂ ਬਾਅਦ 'ਚ ਕਹਿੰਦੇ ਜੀ ਖਾਵਨ ਨੂੰ ਖਤਮ ਕਰਨ ਤੋਂ ਬਾਅਦ ਮੈਂ ਸਭ ਨੂੰ ਛੱਡ ਦੇਣਾ ਸੀ, ਉਹਨੂੰ ਨਵੀਦ ਨੂੰ ਵੀ ਛੱਡ ਦੇਣਾ ਸੀ, ਮੈਂ ਆਪੇ ਫੈਕਟਰੀ 'ਚ ਲੱਗ ਜਾਣਾ ਸੀ। ਤੇ ਪਹਿਲੇ ਕਿਉਂ ਨਹੀਂ ਲੱਗੇ ਤੁਸੀਂ ਗੁਨਾਹ ਕਰਨ ਤੋਂ ਪਹਿਲਾਂ? 2 ਗੁਨਾਹ ਕੀਤੇ ਤੁਸੀਂ ਆਪਣੇ। ਉਹ ਨਹੀਂ ਸੀ ਲੱਗਣ ਦਿੰਦਾ। ਕੌਣ? ਨਿਵਾਸ, ਉਹ ਨਹੀਂ ਸੀ ਜਾਣ ਦਿੰਦਾ ਨਹੀਂ, ਉਹ ਇਹ ਬਾਹਰ ਨਹੀਂ ਸੀ ਜਾਣ ਦਿੰਦਾ। ਤੇ ਜੋ ਤੁਸੀਂ ਵੇਖੋ ਨਾ, ਸੋਚਣ ਵਾਲੀ ਗੱਲ ਹੈ, ਆਵਾਮ ਵੇਖਦੀ ਪਈ ਹੈ, ਲੋਕ ਵੇਖਦੇ ਪਏ ਨੇ ਕਿ ਯਾਨੀ ਕਿ ਫੈਕਟਰੀ ਨਹੀਂ ਸੀ ਜਾਣ ਦਿੰਦਾ, ਕੰਮ ਨਹੀਂ ਸੀ ਕਰਨ ਦਿੰਦਾ, ਤੇ ਯਾਨੀ ਕਿ ਮਾਮਲਾਤ ਜਿਹੜੇ ਤੁਹਾਡੇ ਗਲਤ ਚੱਲ ਗਏ ਨੇ 4 ਸਾਲ ਤੱਕ, ਉਹ ਐਡੇ ਬੇਵਕੂਫ ਸੀ, ਉਹਨੂੰ ਪਤਾ ਹੀ ਨਹੀਂ ਸੀ ਹੈ। ਫਿਰ ਤੁਸੀਂ ਗੱਲ ਦੱਸੋ ਨਾ, ਫਿਰ ਤੁਸੀਂ ਦੱਸੋ, ਮੰਨੋ ਇਸ ਗੱਲ ਤੋਂ ਕਿ ਤੁਸੀਂ ਜਵਾਨ ਮੁੰਡੇ ਵਾਸਤੇ ਆਪਣੇ ਖਾਵਨ ਨੂੰ ਖਤਮ ਕਰ ਦਿੱਤਾ? ਨਹੀਂ, ਮੈਂ ਉਹਦੇ ਵਾਸਤੇ ਨਹੀਂ ਕੀਤਾ। ਮੈਂ ਉਹਦੇ ਵਾਸਤੇ ਨਹੀਂ ਕੀਤਾ। ਅੱਛਾ, ਕੀ ਫਿਰ ਪਲਾਨ ਕੀ ਬਣਿਆ ਤੁਹਾਡਾ? ਕਿਸ ਤਰ੍ਹਾਂ ਲੈ ਕੇ ਆਏ ਉਹਨੂੰ, ਕਿਸ ਤਰ੍ਹਾਂ ਖਤਮ ਕੀਤਾ? ਵੀ ਜਿੰਜ ਅੱਗੇ ਦੱਸਿਆ ਉਂਝ ਹੀ ਪਲਾਨ ਕੀਤਾ। ਕੀ ਸੀ? ਦਵਾਈ ਖਵਾ ਦਿੱਤੀ ਉਹਨੂੰ, ਦਵਾਈ ਖਵਾ ਕੇ ਨਹਿਰ ਤੇ ਲੈ ਆਂਦਾ। ਕਿਸ ਚੀਜ਼ ਦੀ ਦਵਾਈ ਖਵਾਈ? ਨਸ਼ੇ ਦੀ, ਬੇਹੋਸ਼ੀ ਦੀ? ਹਾਂਜੀ। ਅੱਛਾ, ਫਿਰ ਉਸ ਤੋਂ ਬਾਅਦ ਉਹਨੂੰ ਮੋਟਰਸਾਈਕਲ ਤੇ ਬਿਠਾ ਕੇ। ਮੋਟਰਸਾਈਕਲ ਤੇ ਕੌਣ ਸੀ ਜਿਹਨੇ ਬਿਠਾਇਆ? ਮੈਂ ਤੇ ਨਵੀਦ ਸੀ। ਨਵੀਦ ਮੋਟਰਸਾਈਕਲ ਚਲਾ ਰਿਹਾ ਸੀ? ਹਾਂਜੀ।
ਤੇ ਉਹਨੂੰ ਕਿਸ ਤਰ੍ਹਾਂ ਬਿਠਾਇਆ ਜੀ ਪਿੱਛੇ ਮੋਟਰਸਾਈਕਲ ਤੇ? ਉਹਨੂੰ ਉਠਾ ਲਿਆ ਸੀ, ਉੱਠ ਗਿਆ ਸੀ ਕੋਸ਼ਿਸ਼ ਸੀ ਉਹ? ਇਹ ਨਹੀਂ ਜ਼ੇਨ ਮਤਲਬ ਨਹੀਂ ਸੀ ਉਹਦਾ ਹੈ ਕੰਮ ਕਰਦਾ, ਲੇਕਿਨ ਤੇ ਨਵੀਦ ਤੁਹਾਡੀ ਐਡੀ ਵੱਡੀ ਗੱਲ ਕਿਉਂ ਮੰਨ ਗਿਆ ਇਸ ਤਰੀਕੇ ਨਾਲ? ਉਹਨੂੰ ਕੀ ਕਿਹਾ ਸਾਜੇ? ਕੁਛ ਨਹੀਂ, ਉਹਨੂੰ ਮੈਂ ਜੋ ਤੁਹਾਨੂੰ ਦੱਸਿਆ ਉਹ ਹੀ ਕਿਹਾ ਸੀ। ਮੈਨੂੰ ਅੱਛਾ। ਤੰਗ ਕਰਦਾ ਤੇ ਇਹਨੂੰ ਨਹੀਂ ਰੱਖਣਾ ਹੈ। ਤੇ ਤੁਹਾਡੀ ਹਰ ਗੱਲ ਕਤਲ ਤੱਕ ਖਤਮ ਕਰਨਾ ਵੀ ਮੰਨ ਗਿਆ ਸੀ ਕਿ ਕੌਣ ਮੰਨ ਕਤਲ? ਗਿਆ ਸੀ। ਅੱਛਾ, ਫਿਰ ਲੈ ਕੇ ਉਹਨੂੰ ਮੋਟਰਸਾਈਕਲ ਤੇ ਬਿਠਾ ਕੇ ਫਿਰ ਹਾਂਜੀ, ਫਿਰ ਉਹਨੂੰ ਨਹਿਰ 'ਚ ਜਾ ਕੇ ਧੱਕਾ ਦੇ ਨਹਿਰ 'ਚ? ਹਾਂਜੀ। ਉਸ ਤੋਂ ਬਾਅਦ ਘਰ ਆ ਤੇ ਨਵੀਦ फिर कितने रहा उस रात? ਵੀ ਸਾਡੇ ਘਰ ਹੀ ਰਿਹਾ ਉਸ ਤੋਂ ਬਾਅਦ। आप देख सकते हैं नाजरीन कि कितना एक वो कहते हैं कि एक रोंगटे खड़े कर देने वाली बात है कि एक बीवी जिसकी 22 साल शादी रही, 4 बच्चों की हुई माँ थी, अपने 21-22 साल की उम्र के बेटे की उम्र का था वो लड़का नवीद, जिसको इसने अपने साथ उसके मामला चल पड़े और फिर एक दिन अपने शोहर को ही ख़त्म करके फिर अगवा का पर्चा करा दिया और उसको जब नहर में फेंक के जब आ गई तो वो लड़का फिर इन्हीं के घर में था। ये सारे मामले ਤੁਹਾਡੇ ਬੱਚਿਆਂ ਨੂੰ, ਤੁਹਾਡੇ ਬੇਟੇ ਨੂੰ ਜਿਹੜਾ 21 ਸਾਲ ਦਾ ਜਿਹੜਾ ਹੁਣ ਮੁਦਈ ਬਣਿਆ, ਕਿਸੇ ਨੂੰ ਪਤਾ ਨਹੀਂ ਲੱਗਾ ਕਿ ਕੋਈ ਬੰਦਾ ਆਇਆ ਘਰ, ਉਹ ਬੇਹੋਸ਼ ਹੋਇਆ, ਤੁਹਾਡਾ ਪਿਓ ਚੁੱਕ ਕੇ ਲੈ ਗਏ ਨੇ, ਮੋਟਰਸਾਈਕਲ ਸਟਾਰਟ ਹੋਈਏ, ਕਿਸੇ ਨੂੰ ਨਹੀਂ ਪਤਾ ਲੱਗਾ? ਅੱਛਾ, ਤੇ ਇਸ ਕਿੰਨੇ ਅਰਸੇ ਬਾਅਦ ਫਿਰ ਪੜੇਗੀ ਉਹ ਤੁਸੀਂ? 2-3 ਦਿਨ ਬਾਅਦ ਜੀ? 2-3 ਦਿਨ ਬਾਅਦ। 2-3 ਦਿਨ ਬਾਅਦ। ਤੇ ਤੁਸੀਂ ਜਦੋਂ ਤੁਹਾਡੇ ਘਰ ਉਸ ਟਾਈਮ ਸਾਰੇ ਅਫਸੋਸ ਵਾਸਤੇ ਆ ਰਹੇ ਸਨ, ਉਸੇ ਟਾਈਮ ਤੁਸੀਂ ਆਪਣੇ ਪੁੱਤਰ ਦੇ ਨਾਲ ਬਹਿ ਕੇ ਨਵੀਦ ਕੋਲ ਕੀ ਕਰਨਗੇ ਸੋ ਮੋਟਰਸਾਈਕਲ ਤੇ ਬਹਿ ਕੇ? ਜਦੋਂ ਇਹ ਨੰਬਰ ਟ੍ਰੇਸਿੰਗ ਤੇ ਲਗਵਾਇਆ ਸੀ ਨਾ ਤੇ ਅੱਛਾ। ਉਦੋਂ ਉਹ ਉਹਦੇ ਕੋਲ ਕਹਿਣ ਗਏ ਸੀ ਕਿ ਨੰਬਰ ਇੰਜਨ ਟ੍ਰੇਸਿੰਗ ਤੇ ਲੱਗ ਗਿਆ, ਉਹਨੇ ਤੇ ਮੈਂ ਤੇ ਜਾਣੇ ਆ ਜਾ ਕੇ ਕਟਵਾਇਆ ਉਹਨੇ। ਅੱਛਾ, ਤੁਹਾਡਾ ਨੰਬਰ ਤੁਹਾਡੇ ਪੁੱਤਰ ਨੇ ਲਿਖਵਾਤਾ ਸੀ ਟ੍ਰੇਸਿੰਗ ਤੇ ਨੰਬਰ ਕਟਵਾਉਣ ਵਾਸਤੇ ਗਿਆ ਸੀ? ਹਾਂਜੀ। ਤੇ ਤੁਹਾਨੂੰ ਉਹਨੂੰ ਹੈ ਵੇ ਪਛਤਾਵਾ ਕਿ ਕੋਈ ਨਹੀਂ ਹੈ? ਅਬ ਜੀ ਹੁਣ ਜਿਹੜੀ ਗਲਤੀ ਮੇਰੇ ਕੋਲ ਹੋਣੀ ਹੈ ਉਹ ਮੇਰੇ ਕੋਲ ਹੋ ਗਈ ਹੁਣ। ਇਹ 4 ਸਾਲ ਦੇਖੋ, 4 ਸਾਲ ਵੀ ਤੁਸੀਂ ਫਿਰ ਗਲਤੀ ਕਰਦੇ ਰਹੇ ਨਾ, ਜੋ ਗਲਤ ਕਰਦੇ ਰਹੇ, ਉਹ 1 2 3 4 5 ਦਿਨ ਦੀ ਗਲਤੀ ਨਹੀਂ ਸੀ ਹੈ। ਹਾਂਜੀ। ਨਵੀਦ ਨਾਮੀ ਮੁੰਡੇ ਦੇ ਨਾਲ ਜਿਹੜਾ ਤੁਹਾਡਾ ਮਾਮਲਾਤ ਸਰ, ਉਹ ਤਕਰੀਬਨ ਤੁਹਾਡੇ ਕੋਲ ਤੁਹਾਡੇ 3-4 ਸਾਲ ਰਹੇ ਨੇ। ਹਾਂਜੀ। ਉਦੋਂ ਤੁਸੀਂ ਸਮਝ ਜਾਂਦੇ ਹੋ, ਤੁਸੀਂ ਸਮਝ ਜਾਂਦੇ ਕਿ ਮੈਂ ਅਗਰ ਆਪਣੇ ਸ਼ੋਰ ਨੂੰ ਛੱਡ ਦੇਣੀ ਆ ਤਾਂ ਚਲੋ ਮੈਂ ਕੰਮ ਕਰ ਲੈਣੀ ਆ, ਕੋਈ ਗਲਤ ਨਾ ਮੈਂ ਕਰਾਂ ਆਪਣੇ ਆਪ। ਇਹਦੇ ਮਤਲਬ ਕਿ ਤੁਹਾਡੀ ਆਪਣੀ ਲਾਲਚ ਵੀ ਸੀ। ਇੱਕ ਜਵਾਨ ਮੁੰਡਾ ਤੁਹਾਨੂੰ ਨਜ਼ਰ ਆ ਰਿਹਾ ਸੀ, ਨਹੀਂ ਉਹਦੀ ਵੀ ਜ਼ਿੰਦਗੀ ਖਰਾਬ ਤੁਸੀਂ ਕੀਤੀ, ਆਪਣੇ ਖਾਵੰਦ ਨੂੰ ਤੁਸੀਂ ਖਤਮ ਕਰ ਦਿੱਤਾ, 2 ਮਰਦਾਂ ਦੀ ਤੁਸੀਂ ਜ਼ਿੰਦਗੀਆਂ ਜਿਹੜੀਆਂ ਨੇ ਖਰਾਬ ਕਰ ਦਿੱਤੀਆਂ। ਆਪ ਤੁਸੀਂ ਇਸ ਟਾਈਮ ਮਜ਼ਲੂਮ ਬਣੇ ਹੋ। ਜੀ ਬਸ ਆਪ ਜੀ ਜੋ ਮੇਰੇ ਕੋਲ ਗਲਤੀ ਹੋ ਗਈ ਹੈ, ਬਸ ਮੈਨੂੰ ਉਹਦਾ ਪਛਤਾਵਾ ਹੈ, ਮੈਂ ਮਾਫੀ ਮੰਗਣਾ ਚਾਹੁੰਦੀ ਹਾਂ। ਜਦੋਂ ਕੋਈ ਮੰਗਣੀ ਪਵੇ ਬੇਟੇ ਕੋਲੋਂ ਜਾਂ ਉਹਦੇ ਜਿੰਨੇ ਕੋਲੋਂ ਵੀ, ਜੇਕਰ ਦੇ ਦੇਣਗੇ ਤਾਂ ਠੀਕ ਹੈ, नहीं तो ਜਿਹੜੀ सज़ा मिलेगी। मेरा मकसद नाजरीन सिर्फ यही है कि इस तरह की चीज़ों से बचें। जब बाद में आप माफ़ी या रहम की अपील करते हैं तो उस वक़्त जब आप ख़ुद खुदा ना खासा, जैसे ये औरत है, इनको अगर ख़ुद एहसास हो जाता उस वक्त, इनको अपने शोहर पर रहम नहीं आया, उसको ख़त्म करके छोड़ा, शोहर के बीवी के रिश्ते के तकद्दस को भी, इसका भी ख्याल नहीं रखा, बेटे की उम्र के लड़के के साथ 4 साल तक मामला चलाए और उसी लड़के को फिर अपने शोहर का उसके साथ उसको ख़त्म भी करवा दिया। अब ये माफ़ी मांग रही हैं, पछतावा भी है इनको। बहरहाल बुरे काम से बचें, बुरे काम का बुरा नतीजा है और ऐसे मामलात में, गलत मामलात में पड़ेंगे तो उनका अंजाम भी गलत ही होता है। ਤੁਸੀਂ ਆਪ ਹੁਣ ਮਾफ़ी ਮੰਗ ਰਹੇ ਹੋ, ਉਸ ਟਾਈਮ ਜਦੋਂ ਬੇਹੋਸ਼ੀ ਸੀ ਤੁਹਾਡਾ ਸ਼ੋਹਰ, ਉਸਨੇ ਉਹਨੇ ਕੋਈ ਮਾफ़ੀ ਮੁਫੀ ਨਹੀਂ ਮੰਗੀ, ਮੈਨੂੰ ਛੱਡ ਦੇ ਜਾਂ ਬੀਵੀ ਮੈਨੂੰ ਮਾफ़ ਕਰ ਦੇ, ਮੈਂ ਤੇਰੇ ਤੇ ਜ਼ੁਲਮ ਨਹੀਂ ਕਰਾਂਗਾ, ਹੈ? ਤੇ ਤੁਹਾਨੂੰ ਵੀ ਉਸ ਟਾਈਮ ਖਿਆਲ ਨਹੀਂ ਆਇਆ ਕਿ 22 ਸਾਲ ਹੋ ਗਏ ਨੇ ਇਸ ਸ਼ਖਸ ਨਾਲ ਜ਼ਿੰਦਗੀ ਗੁਜ਼ਾਰ ਲਈ, ਤੇ ਉਦੋਂ ਨੂੰ ਤੁਸੀਂ 4 ਸਾਲ ਦਾ ਇੱਕ ਤਲਕ ਸੀ, ਉਹਦੀ ਵਜ੍ਹਾ ਨਾਲ ਤੁਸੀਂ ਉਹਨੂੰ ਨਹਿਰੀ ਸੱਟਦੇ ਪਏ, ਉਸ ਟਾਈਮ ਖਿਆਲ ਨਹੀਂ ਆਇਆ? ਕਿਹਨੇ ਸੱਟਿਆ ਉਹਨੂੰ ਨਹਿਰ 'ਚ? ਮੈਂ ਸਾਹਿਬ ਜੀ ਮੈਂ ਰਲ ਕੇ ਸੱਟਿਆ। ਕਿੰਨੇ ਮੈਂ ਤੇ ਨਵੀਦ ਨਹਿਰ ਦੇ ਵਿੱਚ? ਹਾਂਜੀ। ਉਸ ਟਾਈਮ ਤੁਹਾਡੇ ਹੱਥ ਨਹੀਂ ਕੰਮੇ ਹੈ? ਵੇਖੋ, ਅਗਰ ਜ਼ੁਲਮ ਕਰਦਾ ਸੀ ਤੁਹਾਡੇ ਤੇ ਜਾਂ ਤੁਹਾਨੂੰ ਮਾਰਦਾ ਸੀ ਤਾਂ ਇਹਦਾ ਇੱਕੋ ਹਾਲ ਸੀ ਕਿ ਤੁਸੀਂ ਲਹਿਦਾ ਹੋ ਜਾਂਦੇ, ਬੱਚੇ ਤੁਹਾਡੇ ਜਵਾਨ ਸਨ, ਤੁਸੀਂ ਆਪਣੇ ਘਰ, ਤੁਹਾਡਾ ਮੇਕਾ ਕਿੰਨੀ ਕੁ ਦੂਰ ਹੈ ਤੁਹਾਡੇ ਘਰੋਂ? 2 ਕਿੱਲਿਆਂ ਛੱਡ ਕੇ ਤੁਸੀਂ ਦੱਸਦੇ ਕਿੰਨੀ ਦੂਰ ਹੈ? ਹਾਂਜੀ 2 ਕਿੱਲੇ ਛੱਡ ਕੇ। ਹਾਂ, ਤੇ ਫਿਰ ਤੁਸੀਂ ਆਪਣੇ ਘਰ ਵਾਲੇ ਕੋਲ ਟੁਰ ਜਾਂਦੇ, ਆਪੇ ਫੈਕਟਰੀ ਕੰਮ ਲੱਗ ਜਾਂਦੇ, ਲਹਿਦਾ ਹੋ ਜਾਂਦੇ, ਜ਼ੁਲਮ ਨਾ ਸਹਿੰਦੇ ਸੀ, ਇਹ ਨਹੀਂ ਕਹਿੰਦੇ ਕਿ ਜ਼ੁਲਮ ਸਹਿੰਦੇ, ਪਰ 22 ਸਾਲ ਬਾਅਦ ਹੀ ਤੁਸੀਂ ਉਹਨੂੰ ਮਾਰਨਾ ਹੈ, ਖਤਮ ਕਰਨਾ ਹੈ।
ਜੀ ਕੋਈ ਨਹੀਂ, ਨਾਲ ਵੀ ਕੋਈ ਨਹੀਂ ਲੱਗਾ ਹੈ, ਨਾ ਕਿਸੇ ਨੇ ਕੋਈ ਹੈਲਪ ਦਿੱਤੀ ਹੈ, ਨਾ ਮਾਂ ਪਿਓ, ਨਾ ਭੈਣਾਂ ਭਰਾ, ਕੋਈ ਵੀ ਨਹੀਂ। ਹੂੰ। ਲੇਕਿਨ ਜਦੋਂ ਉਸ ਮੇਰੇ ਤੇ ਤਸ਼ੱਦਦ ਕਰਦਾ ਸੀ ਉਦੋਂ ਸਾਰੇ ਉਹਦੇ ਤੋਂ ਤੰਗ ਸੀ, ਸਾਰੇ ਸਾਰੇ ਤੰਗ ਸੀ ਕਿ ਇੰਜ ਕਿਉਂ ਕਰਦਾ ਹੈ। ਉਹਦੇ ਭੈਣ ਭਰਾ ਵੀ, ਉਹਦੀ ਮਾਂ ਵੀ, ਉਹਦੀਆਂ 2 ਭੈਣਾਂ ਨੇ, ਉਹ ਵੀ ਆਉਂਦੀਆਂ ਸੀ ਕਿ ਇੰਜ ਕਿਉਂ ਕਰਦਾ। ਜਦੋਂ ਉਹਨਾਂ ਦੇ ਘਰ ਵੀ ਜਾਂਦੇ ਸੀ ਤਾਂ ਉਹਨਾਂ ਨਾਲ ਵੀ ਲੜਦਾ ਸੀ, ਝਗੜਦਾ ਸੀ, ਮਾਂ ਨੂੰ ਵੀ ਘਰੋਂ ਕੱਢ ਦਿੰਦਾ ਸੀ ਆਪਣੀ, ਉਹਨੂੰ ਵੀ ਨਹੀਂ ਸੀ ਰਹਿਣ ਦਿੰਦਾ। ਨਹੀਂ, ਇਹਦਾ ਮਤਲਬ ਇਹ ਤਾਂ ਨਹੀਂ ਸੀ ਹੈ ਕਿ ਤੁਸੀਂ ਮਾਰ ਦਿੰਦੇ। ਇਹਦਾ ਮਤਲਬ ਇਹ ਤਾਂ ਨਹੀਂ ਸੀ ਹੈ ਕਿ ਤੁਸੀਂ ਆਪਣੀ ਬੇਟੀ ਦੀ ਉਮਰ ਦੇ ਨਾਲ, ਮੁੰਡੇ ਦੀ ਉਮਰ ਦੇ ਨਾਲ ਤੁਸੀਂ ਮਾਮਲਾ ਤਾਂ ਗਲਤ ਚੱਲਦਾ। ਇਹ ਜਦੋਂ ਬੰਦਾ ਫੜਿਆ ਜਾਂਦਾ ਫਿਰ ਉਹਨੂੰ ਅਹਿਸਾਸ ਹੁੰਦਾ ਜੀ ਕਿ ਮੈਂ ਫੜਿਆ। ਤੁਹਾਨੂੰ ਤਾਂ ਨਹੀਂ ਸੀ ਨਾ ਆਈਡੀਆ ਕਿ ਫੜਿਆ ਜਾਓਗੇ ਜਾਂ ਨਹਿਰ 'ਚ ਪਤਾ ਲੱਗ ਜਾਏਗਾ ਜੀ ਕਿ ਕੌਣ ਹੈ ਬੰਦਾ, ਨਹੀਂ ਸੀ ਨਾ ਪਤਾ। ਤੁਸੀਂ ਇਹੀ ਸੋਚਿਆ ਕਿ ਆਪਣੀ ਜ਼ਿੰਦਗੀ ਆਰਾਮ ਨਾਲ ਗੁਜ਼ਾਰਾ ਹੈ, ਤੁਸੀਂ, ਨਵੀਦ ਤੇ ਤੁਹਾਡੇ ਬੱਚੇ, ਐਸੇ ਤਰ੍ਹਾਂ ਹੀ। ਹਾਂਜੀ। ਨਵੀਦ ਸ਼ਾਦੀशुदा है?